ਹੈਲੋ ਸਟੂਡੈਂਟਸ ਵੈਲਕਮ। ਹੋਪ ਤੁਹਾਡੀ ਜੋ P++ ਦੇ ਐਗਜ਼ਾਮਸ ਦੀ ਤਿਆਰੀ ਹੈ ਵਧੀਆ ਚੱਲ ਰਹੀ ਹੋਊਗੀ। ਸੋ P++ ਦੇ ਐਗਜ਼ਾਮਸ ਹੁਣ ਜਲਦੀ ਹੀ ਆ ਜਾਓਗੇ, ਜਿੱਦਾਂ ਕਿ ਨਵੰਬਰ ਚੱਲ ਰਹੀ ਹੈ, ਦਸੰਬਰ 'ਚ ਮੋਸਟ ਪ੍ਰੋਬਬਲੀ ਕਹਿ ਰਹੇ ਆ ਕਿ ਸੀਨੀਅਰ ਅਸਿਸਟੈਂਟ ਦਾ ਪੇਪਰ ਜਿਹੜਾ ਵਾ ਹੋ ਜਾਊਗਾ। ਸੋ ਇੱਦਾਂ ਹੀ ਬਾਕੀ ਦੇ ਐਗਜ਼ਾਮਸ ਵੀ ਜਲਦੀ ਹੋ ਜਾਊਗੇ, ਪਰ ਦਾ ਕੁਐਸਚਨ ਹੁਣ ਆ ਵਾ ਕਿ ਸਾਡੀ ਤਿਆਰੀ ਹੋ ਚੁੱਕੀ ਹੈ ਕਿ ਨਹੀਂ। ਠੀਕ ਹੈ, ਸੋ ਇਸੀਲੀਏ ਜਿਹੜੇ ਆਉਣ ਵਾਲੇ ਪੇਪਰ ਹੈ ਉਹਨਾਂ ਲਈ ਅਸੀਂ ਸੀਰੀਜ਼ ਸਟਾਰਟ ਕੀਤੀ ਹੋਈ ਹੈ, ਜਿਹਦੇ ਵਿੱਚ ਮੈਂ ਤੁਹਾਨੂੰ ਮੈਥਸ ਕਰਵਾ ਰਿਹਾ ਹਾਂ। ਮੈਥਸ ਦੇ ਪਰਸੈਂਟੇਜ ਦੇ ਅਸੀਂ 7 ਲੈਕਚਰਸ ਲੈ ਚੁੱਕੇ ਹਾਂ। 8ਵਾਂ ਲੈਕਚਰ ਲਾਸਟ ਲੈਕਚਰ ਰਹੂਗਾ। ਮਿਸਲੇਨੀਅਸ ਕੁਐਸਚਨਸ ਇਹਦੇ ਵਿੱਚ ਆਉਂਗੇ। ਠੀਕ ਹੈ, ਸੋ ਅਗਰ ਤੁਸੀਂ ਫਸਟ ਟਾਈਮ ਇਹ ਵੀਡੀਓ ਤੇ ਆਏ ਹੋ ਤਾਂ ਤੁਸੀਂ ਪਹਿਲਾਂ 1 ਤੋਂ ਲੈ ਕੇ 7 ਤੱਕ ਦੀ ਵੀਡੀਓਜ਼ ਦੇਖ ਲਓ, ਜਿਹਦੇ ਵਿੱਚ ਸਾਰੇ ਪਰਸੈਂਟੇਜ ਦੇ ਅੱਜ ਤੱਕ ਦੇ ਜਿੰਨੇ ਵੀ ਕਨਸੈਪਟਸ P++ ਨੇ ਪੁੱਛੇ ਆ, ਨਾਲ ਇੰਪੋਰਟੈਂਟ PYQ ਜਿਹੜੇ ਆ ਅਸੀਂ ਕਰਵਾਏ ਆ। ਸੋ ਤੁਸੀਂ ਇੱਕ ਵਾਰ ਦੇਖ ਲਈਓ। ਇਹਨਾਂ ਲੈਕਚਰਸ ਦੀ ਅਗਰ ਤੁਸੀਂ PDF ਲੈਣਾ ਚਾਹੁੰਦੇ ਹੋ ਤਾਂ ਤੁਸੀਂ ਡਿਸਕ੍ਰਿਪਸ਼ਨ ਬਾਕਸ 'ਚ ਦਿੱਤੇ ਹੋਏ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਓ। ਉੱਥੇ ਤੁਹਾਨੂੰ ਡੇਲੀ ਦੇ ਕਰੰਟ ਅਫੇਅਰਸ, PDFs, ਹੋਰ ਬਹੁਤ ਸਾਰੇ ਜਿਹੜੇ ਇੰਪੋਰਟੈਂਟ ਕੁਐਸਚਨਸ ਹੈ, ਪ੍ਰੀਵੀਅਸ ਈਅਰ ਕੁਐਸਚਨਸ ਹੈ, ਉਹ ਅਸੀਂ ਪੁੱਟ ਕਰਦੇ ਹਾਂ। ਸੋ ਤੁਹਾਨੂੰ ਉਹਦਾ ਫਾਇਦਾ ਰਹੂਗਾ। ਠੀਕ ਹੈ, ਸਟਾਰਟ ਕਰਦੇ ਹਾਂ। ਅਗੇਨ ਮੈਂ ਤੁਹਾਨੂੰ ਦੱਸ ਰਿਹਾ ਵਾਂ, ਇਸ ਤੋਂ ਬਾਅਦ ਰੇਸ਼ੋ ਪ੍ਰਪੋਰਸ਼ਨ ਚੱਲੂਗਾ, ਸਾਰਾ ਮੈਥਸ ਕਰਾਂਗੇ, ਜਿਹਦੇ ਵਿੱਚ ਜਿੰਨੇ ਵੀ ਕਨਸੈਪਟਸ ਅੱਜ ਤੱਕ P++ ਨੇ ਪੁੱਛੇ ਮੈਥਸ ਦੇ ਪਰਸਪੈਕਟਿਵ 'ਚ ਉਹ ਤਾਂ ਆਪਾਂ ਕਰਵਾਵਾਂਗੇ। ਅਗਰ ਤੁਸੀਂ ਆਫਲਾਈਨ ਬੈਚ ਦੇ ਵਿੱਚ ਕੋਚਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਗਿਆਨਮ ਇੰਸਟੀਚਿਊਟ ਅੰਮ੍ਰਿਤਸਰ, ਜੋ ਕਿ ਆਪੋਜ਼ਿਟ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ UT ਮਾਰਕੀਟ ਦੇ ਵਿੱਚ। ਠੀਕ ਹੈ ਜੀ, ਚਲੋ ਅਸੀਂ ਸਟਾਰਟ ਕਰਦੇ ਹਾਂ, ਟਾਈਮ ਜ਼ਿਆਦਾ ਵੇਸਟ ਨਹੀਂ ਕਰਦੇ। ਫਸਟ ਕੁਐਸਚਨ ਦੀ ਅਗਰ ਮੈਂ ਗੱਲ ਕਰਾਂ, ਫਸਟ ਕੁਐਸਚਨ ਹੈ ਸਾਡੇ ਕੋਲ, ਬੜਾ ਇੰਪੋਰਟੈਂਟ ਕੁਐਸਚਨ ਹੈ। ਬੜੀ ਵਾਰ ਇਦਾਂ ਦੇ ਕੁਐਸਚਨ ਪੇਪਰ 'ਚ ਆਏ ਜਾਂਦੇ ਆ। ਉਹ ਕਹਿੰਦਾ 605 ਸਵੀਟਸ ਹੈ ਜਿਹੜੀਆਂ ਕਿ ਡਿਸਟ੍ਰੀਬਿਊਟ ਕਰਨੀਆਂ ਵਾ, ਬਰਾਬਰ ਬੱਚਿਆਂ 'ਚ ਵੰਡਣੀਆਂ ਵਾ। ਕਿੱਦਾਂ ਵੰਡਣੀਆਂ ਵਾ? ਸੱਚ ਦੈਟ the number of sweets received by each child is 20% of total number of the children। ਉਹ ਕਹਿੰਦਾ ਹਰ ਬੱਚੇ ਨੂੰ ਜਿੰਨੀਆਂ ਸਵੀਟਸ ਮਿਲੂਗੀਆਂ ਉਹ ਕਿੰਨੀਆਂ ਹੋਣਗੀਆਂ, ਜਿੰਨੇ ਬੱਚੇ ਆ ਉਹਦਾ 20%। ਤੇ ਟੋਟਲ ਹੈਗੀਆਂ ਵਾ 605। ਅਸੀਂ ਦੱਸਣਾ ਵਾ, ਦੱਸੋ ਹਰ ਬੱਚੇ ਨੂੰ ਕਿੰਨੀਆਂ ਸਵੀਟਸ ਰਿਸੀਵ ਹੋਈਆਂ। ਧਿਆਨ ਨਾਲ ਸੁਣੋ। ਹੁਣ ਦੇਖੋ, ਨਾ ਤਾਂ ਮੈਨੂੰ ਪਤਾ ਵਾ ਕਿ ਕਿੰਨੇ ਬੱਚੇ ਆ, ਸਿਰਫ ਸਾਨੂੰ ਪਤਾ ਸਵੀਟਸ। ਉਹਨੇ ਇੱਕ ਗੱਲ ਦੱਸਤੀ ਕਿ ਜਿੰਨੇ ਬੱਚੇ ਆ ਉਹਦਾ 20% ਸਾਰਿਆਂ ਨੂੰ ਕੀ ਹੈ, ਸਵੀਟਸ ਦੇ ਦਿਓ। ਸੋ ਮੈਂ ਮੰਨ ਲੈਂਦਾ ਵਾ ਕਿ ਜਿਹੜੇ ਚਿਲਡਰਨ ਹੈ ਉਹ ਹੈਗੇ ਆ X। ਠੀਕ ਹੈ, ਹੁਣ ਆਪਾਂ ਸਵੀਟਸ ਤੱਕ ਪਹੁੰਚਣਾ ਵਾ। ਸਵੀਟਸ ਤੱਕ ਕਿੱਦਾਂ ਪਹੁੰਚਾਂਗੇ? ਇੱਕੋ ਹੀ ਨੰਬਰ ਦਿੱਤਾ ਹੋਇਆ ਮੈਨੂੰ 605। ਕਿੱਦਾਂ ਪਹੁੰਚਾਂਗੇ? ਦੇਖੋ, ਅਗਰ ਮੈਂ ਤੁਹਾਨੂੰ ਕਹਾਂ ਕਿ ਨੰਬਰ ਆਫ ਬੱਚੇ ਹੈਗੇ X, ਉਹਨੂੰ ਅਸੀਂ ਮਲਟੀਪਲਾਈ ਕਰ ਲਈਏ, ਜਿੰਨੇ ਹਰ ਬੱਚੇ ਨੂੰ ਸਵੀਟਸ ਮਿਲੀਆਂ ਵਾ ਤਾਂ ਸਾਡੇ ਕੋਲ ਟੋਟਲ ਸਵੀਟਸ ਆ ਜਾਊਗੀਆਂ। ਜਿੱਦਾਂ ਕਿ ਮੰਨ ਲਓ ਕਿ ਸਾਡੇ ਕੋਲ 20 ਬੱਚੇ ਹੈ, ਤਾਂ ਮੈਂ ਇਹਨੂੰ ਕਿੰਨੇ ਨਾਲ ਮਲਟੀਪਲਾਈ ਕਰਾਂ ਕਿ ਹਰ ਬੱਚੇ ਨੂੰ ਕਿੰਨੀਆਂ ਸਵੀਟਸ ਮਿਲੀਆਂ। ਜਿੱਦਾਂ ਕਹਿ ਰਿਹਾ ਕਿ 20% ਮਿਲੀਆਂ, ਇਹਦਾ 10% ਹੁੰਦਾ, 2 20% ਕਿੰਨਾ ਹੋਊਗਾ? 4। ਇਹਦਾ ਮਤਲਬ ਹਰ ਬੱਚੇ ਨੂੰ 4 ਸਵੀਟਸ ਮਿਲੀਆਂ ਵਾ। 20 ਬੱਚੇ ਆਪਾਂ ਕਹਾਂਗੇ ਟੋਟਲ ਕਿੰਨੀਆਂ ਹੋ ਗਈਆਂ? 80। ਠੀਕ ਹੈ ਜੀ, ਸੋ ਮੈਂ ਕੀ ਕਹਿ ਰਿਹਾ ਤੁਹਾਨੂੰ, ਅਸੀਂ ਮੰਨ ਲਿਆ ਕਿ X ਤੇ ਇਹ ਹੈਗੀਆਂ ਵਾ ਸਵੀਟਸ, ਸੌਰੀ ਇਹ ਹੈਗਾ ਸਾਡੇ ਕੋਲ ਨੰਬਰ ਆਫ ਚਿਲਡਰਨ। ਹੁਣ ਚਿਲਡਰਨ ਨੂੰ ਮੈਂ ਕਿੰਨਾ ਮਲਟੀਪਲਾਈ ਕਰਾਂ? ਮੈਂ ਮਲਟੀਪਲਾਈ ਕਰਾਂਗਾ ਕਿ ਹਰ ਬੱਚੇ ਕੋ ਕਿੰਨੀਆਂ ਸਵੀਟਸ ਹੈ। ਹਰ ਬੱਚੇ ਕੋ ਕਿੰਨੀਆਂ ਸਵੀਟਸ ਹੈ? ਹਰ ਬੱਚੇ ਕੋ ਸਵੀਟਸ ਹੈ, ਉਹ ਕਹਿੰਦਾ 20%। 20% ਨੂੰ ਆਪਾਂ ਲਿਖਦੇ ਫ੍ਰੈਕਸ਼ਨ ਦੇ ਵਿੱਚ 1/5। ਫ੍ਰੈਕਸ਼ਨਸ ਦੇ ਬਾਰੇ ਵੀ ਲਾਸਟ ਵੀਡੀਓਜ਼ ਦੇ ਵਿੱਚ ਜ਼ਿਕਰ ਹੋਇਆ ਵਾ। 1/5 ਕਿਹਦਾ? 20% ਜਿੰਨੇ ਚਿਲਡਰਨ ਹੈ। ਚਿਲਡਰਨ ਕਿੰਨੇ ਹੈ? X। ਸੋ ਮੇਰੇ ਕੋਲ ਇਹ ਇਕੁਏਸ਼ਨ ਬਣ ਕੇ ਆਈ ਕਿ ਜਿੰਨੇ ਬੱਚੇ ਆ ਉਹਦਾ 20% ਜਿਹੜੇ ਆ ਉਹਨੂੰ ਮਲਟੀਪਲਾਈ ਕਰ ਦਾਂਗੇ ਤਾਂ ਟੋਟਲ ਜਿਹੜੀਆਂ ਸਵੀਟਸ ਆਪਾਂ ਵੰਡ ਦੇਵਾਂਗੇ। ਸੋ ਇੱਥੇ ਮੇਰੇ ਕੋਲ ਆ ਜਾਊਗਾ X × X, X², ਨੀਚੇ ਆ ਗਿਆ 5, ਇੱਥੇ ਆ ਗਿਆ 605। X² ਦੀ ਵੈਲਿਊ ਕਿੰਨੀ ਆਊਗੀ? 5 ਨੂੰ 5 ਨਾਲ ਮਲਟੀਪਲਾਈ ਕਰਾਂਗੇ ਤਾਂ 25। ਠੀਕ ਹੈ, ਖਤਮ ਹੋ ਜਾਊਗਾ। ਤੇ 5 ਨੂੰ 6 ਨਾਲ ਕਰਾਂਗੇ ਤਾਂ ਇੱਥੇ ਕਿੰਨਾ ਆ ਗਿਆ? 30। ਹੁਣ ਮੈਂ ਵੈਲਿਊ ਨਿਕਾਲਣੀ ਹੈ X ਦੀ। ਠੀਕ ਹੈ, ਜਦੋਂ ਅਸੀਂ ਸਕੇਅਰਿੰਗ ਆਫ ਨੰਬਰ ਸਿਖਾਉਂਦੇ ਆ ਉਹਦੇ ਵਿੱਚ ਆਪਾਂ 5 ਦਾ ਵੀ ਨੰਬਰ ਸਕੁਏਅਰ ਕਰਨਾ ਸਿਖਾਉਂਦੇ ਆ। ਠੀਕ ਹੈ, ਉਹਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਆਪਾਂ ਦੇਖਿਆ ਵਾ ਕਿ 25 ਤਾਂ ਹੀ ਆਉਂਦਾ ਵਾ ਅਗਰ 5 ਦਾ ਸਕੁਏਅਰ ਹੋ ਰਿਹਾ ਹੋਵੇ। ਯੂਨਿਟ ਡਿਜਿਟ ਦੇ ਵਿੱਚ ਅਗਰ 5 ਦਾ ਸਕੁਏਅਰ ਹੋ ਰਿਹਾ ਹੋਵੇ ਤਾਂ ਹੀ 25 ਲਿਖੀਦਾ ਵਾ। ਠੀਕ ਹੈ ਜੀ, ਹੁਣ ਆਪਾਂ ਦੇਖਣਾ ਕਿ 30 ਕਿੱਦਾਂ ਆਇਆ। 30 ਆਉਂਦਾ ਵਾ 2 ਕੰਸੈਕਟਿਵ ਨੰਬਰਸ ਨੂੰ ਮਲਟੀਪਲਾਈ ਕਰਕੇ, ਜਿੱਦਾਂ ਮੈਨੂੰ ਪਤਾ ਵਾ ਕਿ 5 × 6 ਹੈ। ਸੋ ਇੱਥੇ ਸਾਡੇ ਕੋਲ ਜਿਹੜਾ ਨੰਬਰ, ਜਿੱਦਾਂ ਮੰਨ ਲਓ ਇਹ ਨੰਬਰ ਹੈ, ਇਹਦਾ ਸਕੁਏਅਰ ਕਰਨਾ ਤਾਂ ਅਸੀਂ ਲਿਖੀਦਾ ਕਿ ਇਹਦਾ ਨੰਬਰ ਕੀ ਆ ਗਿਆ? 25, ਜੋ ਕਿ ਇੱਥੇ ਲਿਖਿਆ ਹੋਇਆ ਵਾ। ਇਹਨੂੰ ਇਹਦੇ ਅਗਲੇ ਨੰਬਰ ਨਾਲ ਮਲਟੀਪਲਾਈ ਕਰ ਦਈਦਾ। ਇਹਦਾ ਮਤਲਬ ਦੋਨਾਂ ਦੇ ਵਿੱਚੋਂ ਜਿਹੜਾ ਛੋਟਾ ਨੰਬਰ ਹੁੰਦਾ ਉਹ ਸਾਡੇ ਕੋਲ ਦਿੱਤਾ ਹੁੰਦਾ। ਦੋਨਾਂ ਛੋਟਾ ਨੰਬਰ ਕਿੰਨਾ ਵਾ? 5। 30 ਨੂੰ 2 ਨੰਬਰ ਨਾਲ ਮਲਟੀਪਲਾਈ ਕਰਾਂਗੇ, 5 × 6, ਛੋਟਾ ਨੰਬਰ ਕਿਹੜਾ? 5। ਇਹਦਾ ਮਤਲਬ ਕੀ ਹੈ? ਬੱਚੇ ਕਿੰਨੇ ਆ? 5। ਹੁਣ ਸਾਡਾ ਆਨਸਰ ਨਹੀਂ ਹਜੇ ਆਇਆ। ਉਹ ਕੀ ਕਹਿ ਰਿਹਾ ਵਾ? ਹਾਊ ਮੈਨੀ ਸਵੀਟਸ, ਹਰ ਬੱਚੇ ਨੂੰ ਕਿੰਨੀਆਂ ਸਵੀਟਸ ਮਿਲੀਆਂ। ਬੱਚੇ ਹੈਗੇ ਸਾਡੇ ਕੋਲ X ਚਾਈਲਡ, ਬੱਚੇ ਆ 55, ਇਹਦਾ 20%, ਇਹਦਾ 10% ਹੁੰਦਾ ਵਾ 5.5, ਤੇ 20% ਕਿੰਨਾ ਹੋਊਗਾ? 5.5 + 5.5 ਹੁੰਦਾ ਵਾ 11। ਸਾਡਾ ਆਨਸਰ ਹੋਊਗਾ 11। ਕਿੰਨੀਆਂ ਸਵੀਟਸ ਹਰ ਬੱਚੇ ਨੂੰ ਮਿਲੂਗੀਆਂ? 11 ਸਵੀਟਸ ਮਿਲੂਗੀਆਂ। 55 ਬੱਚੇ ਹੈ। ਠੀਕ ਹੈ ਜੀ, ਟੋਟਲ ਕਿੰਨੇ? 55 ਬੱਚੇ, ਸਾਰਿਆਂ ਨੂੰ 11 ਸਵੀਟਸ ਮਿਲੂਗੀਆਂ ਤਾਂ ਸਵੀਟਸ 605 ਜੋ ਹੈ ਪੂਰੀਆਂ ਹੋ ਜਾਊਗੀਆਂ। ਠੀਕ ਹੈ ਜੀ, ਨੈਕਸਟ ਕੁਐਸਚਨ ਦੇਖਦੇ। ਕੁਐਸਚਨ ਦੇਖ ਲਓ ਇੱਕ ਵਾਰ, ਨੈਕਸਟ ਦੇਖਦੇ ਹਾਂ। ਉਹ ਕਹਿ ਰਿਹਾ ਕਿ ਟੈਸਟ ਹੈ, ਈਜ਼ੀ ਕੁਐਸਚਨ ਹੈ ਪਰ ਕੈਲਕੂਲੇਟਿਵ ਹੁੰਦੇ ਆ, ਬੱਚਿਆਂ ਨੂੰ ਸਮਝ ਤਾਂ ਆ ਜਾਂਦਾ ਵਾ, ਕੈਲਕੂਲੇਸ਼ਨ ਨਹੀਂ ਹੁੰਦੀ। ਕਹਿੰਦਾ 2000 ਬੱਚੇ ਅਪੀਅਰ ਕਰ ਰਹੇ ਹੈ। ਠੀਕ ਹੈ, ਉਹਦੇ ਵਿੱਚ ਕੀ ਹੈ? ਬॉयਜ਼ ਐਂਡ ਗਰਲਸ ਹੈ, ਬॉयਜ਼ ਤੇ ਗਰਲਸ।
वो कह रहा है आउट ऑफ विच 900 आर बॉयज। अगर 900 बॉयज है तो दो ही कैटेगरीज था, मैं कहूँगा 1100 गर्ल्स है। उन्होंने कह रहा है कि 32% बॉयज ਜਿਹੜੇ ਹੈ 32% बॉयज जो है वो पास हो गए, तो 68% फेल हो जाओगे। अगर मैं लिखा पास ए फेल, तो 38% बच्चे जो है वो पास हो गए, सॉरी 38% बच्चे जो है वो पास हो गए, तो फेल कितने होंगे 62%। तो मैनू कह रहा है कि दैन द परसेंटेज ऑफ फेलियर कितना वा, मैं फेलियर देखना। सो 2000 बच्चे टोटल है, ਇਹਦੇ ਵਿੱਚੋਂ ਅਸੀਂ ਦੇਖਣਾ ਵਾ ਕਿ ਬॉयਜ਼ ਕਿੰਨੇ ਫੇਲ ਹੋਏ ਆ। ਬॉयਜ਼ ਕਿੰਨੇ ਫੇਲ ਹੋਏ ਆ 68%। ਕਿਦਾਂ ਨਿਕਾਲਦੇ ਆ ਅਸੀਂ 900 ਦਾ, ਪਹਿਲਾਂ 60% ਨਿਕਾਲਾਂਗੇ। ਦੇਖੋ 10% ਦੀ ਵੈਲਿਊ 90 ਹੈ, 10% ਦੀ ਵੈਲਿਊ 90 ਹੈ, 60 ਨਿਕਾਲਣਾ ਦਾ ਮਤਲਬ 6 ਗੁਣਾ। ਸੋ 90 ਦਾ 6 ਗੁਣਾ 9 6 ਦਾ ਹੁੰਦਾ 54, ਤਾਂ ਮੇਰੇ ਕੋਲ ਆ ਜਾਊਗਾ 540। ਇਹ ਮੇਰੇ ਕੋਲ 900 ਦਾ 60% ਆ ਗਿਆ। ਹੁਣ ਮੈਂ ਲੱਭਣਾ 8%, 8%। 1% ਦੀ ਵੈਲਿਊ ਕਿੰਨੀ ਹੈ 9, 1% ਦੀ ਵੈਲਿਊ 9 ਹੈ, ਤਾਂ 8% ਦੀ ਵੈਲਿਊ ਕਿੰਨੀ ਹੋਊਗੀ 72। ਸੋ ਅਗਰ ਮੈਂ 72 ਪਲੱਸ ਕਰਾਂ ਤੇ ਆ ਗਿਆ 2 1। ਸੋ ਇਹਦਾ ਮਤਲਬ ਕਿੰਨੇ ਬॉयਜ਼ ਜਿਹੜੇ ਆ ਉਹ ਫੇਲ ਹੋ ਗਏ ਆ 612। ਹੁਣ ਗਰਲਸ ਦੀ ਗੱਲ ਕਰੀਏ ਤਾਂ ਗਰਲਸ ਦਾ 60%, ਇਸ ਨੰਬਰ ਦਾ 10% ਹੁੰਦਾ ਵਾ 110। 110 ਦਾ 6 ਗੁਣਾ ਕਰਾਂਗੇ ਤਾਂ 660। ਹੁਣ 2% ਨਿਕਾਲਣਾ ਵਾ 1100 ਦਾ 1% ਕੀ ਹੋਊਗਾ 11, 11 ਇੰਟੂ 11, 11 ਪਲੱਸ 11 ਇਜ਼ 22। ਇੱਥੇ ਕਿੰਨਾ ਆ ਜਾਊਗਾ 682। ਠੀਕ ਹੈ, 10% 1% ਨਿਕਾਲਣ ਦਾ ਤਰੀਕਾ ਵੀ ਪਿਛਲੀ ਵੀਡੀਓਜ਼ ਦੇ ਵਿੱਚ ਮੈਂ ਦੱਸਿਆ ਹੋਇਆ ਵਾ। ਸੋ 682। ਸੋ ਮੇਰੇ ਕੋਲ ਕਿੰਨਾ ਆ ਗਿਆ 2 ਤੇ 2 4, 8 ਤੇ 1 9, ਇੱਥੇ ਆ ਗਿਆ 1294/2000। ਹੁਣ ਅਸੀਂ ਅਗਰ डिनोमिनेटर जिसे 2000 लिखा ਉਹਨੂੰ अगर मैं किसी तरीके 100 बना देवां तो ऊपर जो नंबर ਉਹਦੇ कंपैरिजन ਚ ਆ ਜਾਊਗਾ ਉਹ परसेंटेज आ जाऊगी। ਹੁਣ ਧਿਆਨ ਨਾਲ ਦੇਖੋ, मैं ऊपर नीचे 2 ਨਾਲ डिवाइड करदा, अगर मैं 2 ਨਾਲ डिवाइड ਕੀਤਾ नीचे ਕੀ ਆ ਗਿਆ 1000, ਇਹਨੂੰ ਕਰਾਂਗੇ ਤਾਂ ਕੀ ਆ ਜਾਊਗਾ 647। 647 plus 647 1294 ਹੁੰਦੇ ਆ। ਹੁਣ ਅਗਰ ਮੈਂ ਇੱਥੋਂ ਇੱਕ 0 ਹਟਾ ਦੇਵਾਂ ਤਾਂ ਇੱਥੇ ਮੈਂ ਡਾਟ ਲਗਾ ਦੂੰਗਾ। ਇਹਦਾ ਮਤਲਬ ਕੀ ਹੈ, परसेंट ਦਾ ਮਤਲਬ ਹੁੰਦਾ ਵਾ, परसेंट ਦਾ ਮਤਲਬ ਹੁੰਦਾ ਵਾ पर 100 ਕਿੰਨੀ ਵੈਲਿਊ ਹੈ। 100 ਦੇ ਪਤੇ ਕਿੰਨੀ ਵੈਲਿਊ ਹੈ 64.7। ਸਾਡਾ ਆਪਸ਼ਨ ਕੀ ਆਊਗਾ ਬੀ। ਠੀਕ ਹੈ ਜੀ, ਲੱਗੀ ਗੱਲ ਸਮਝ। ਛੋਟੀ ਛੋਟੀ ਚੀਜ਼ਾਂ ਵਾ ਜਿਹੜੀਆਂ ਸਾਡੀ ਕੈਲਕੂਲੇਸ਼ਨ ਨੂੰ ਫਾਸਟ ਕਰ ਦਿੰਦੀਆਂ ਵਾ, ਟਾਈਮ ਜੋ ਹੈ ਸੇਮ ਕੁਐਸਚਨ ਨੂੰ ਸੋਲਵ ਕਰਨ ਲਈ ਘੱਟ ਲੱਗਦਾ। ਨੈਕਸਟ ਕੁਐਸਚਨ ਕਰਦੇ ਆ। ਨੈਕਸਟ ਕੁਐਸਚਨ ਈਜ਼ੀ ਹੈ ਬਹੁਤ ਜ਼ਿਆਦਾ। ਕਹਿੰਦਾ ਕਿ ਅਗਰ 75% ਸਟੂਡੈਂਟਸ ਕਲਾਸ ਦੇ ਵਿੱਚ ਜਿਹੜੇ ਹੈ ਉਹ ਬॉयਜ਼ ਹੈ, ਤਾਂ ਮੈਨੂੰ ਪਤਾ ਲੱਗ ਜਾਊਗਾ ਕਿ 25% ਕੀ ਹੋਣਗੀਆਂ ਗਰਲਸ। ਤੇ ਉਹਨੇ ਦੱਸਤਾ ਕਿ ਨੰਬਰ ਆਫ ਗਰਲਸ ਜਿਹੜੀਆਂ ਵਾ ਉਹ 420 ਹੈ, ਤਾਂ ਮੈਂ ਕਹਿ ਸਕਦਾ ਕਿ 25% ਜਿਹੜੇ ਵੈਲਿਊ ਹੈ ਟੋਟਲ ਸਟੂਡੈਂਟਸ ਦੀ ਉਹ ਕਿੰਨੀ ਹੈ 420। ਕਹਿੰਦਾ ਫਾਈਂਡ ਦ ਨੰਬਰ ਆਫ ਬॉयਜ਼। ਨੰਬਰ ਆਫ ਬॉयਜ਼ ਦੱਸੋ, ਨੰਬਰ ਆਫ ਬॉयਜ਼ ਕਿੰਨੇ 75%, ਨੰਬਰ ਆਫ ਬॉयਜ਼ ਕਿੰਨੇ 75%, ਜੋ ਕਿ 25 ਦਾ ਕਿੰਨਾ ਵਾ 3 ਗੁਣਾ। ਸੋ ਮੈਨੂੰ ਇਹਦਾ 3 ਗੁਣਾ ਨਿਕਾਲਣਾ ਵਾ। 25 ਦਾ 3 ਗੁਣਾ 75, ਇਹਦਾ 3 ਗੁਣਾ 400 ਦਾ 3 ਗੁਣਾ ਕਿੰਨਾ ਹੁੰਦਾ 1200, ਤੇ 20 ਦਾ 3 ਗੁਣਾ ਕਿੰਨਾ ਹੁੰਦਾ 60। ਸੋ ਇੱਥੇ ਆ ਜਾਊਗਾ 1260। ਕੀ ਆ ਜਾਊਗਾ 1260, ਮੇਰਾ ਆਪਸ਼ਨ ਆ ਗਿਆ ਸੀ। ठीक है जी, चलो नेक्स्ट क्वेश्चन देखते हैं। नेक्स्ट क्वेश्चन बहुत इंपॉर्टेंट क्वेश्चन है, बार बार एग्जाम ਦੇ ਵਿੱਚ ਪੁੱਛਦੇ ਆ, ਬਸ ਵੈਲਿਊਜ਼ ਡਿਫਰੈਂਟ ਹੁੰਦੀਆਂ ਵਾ। ਠੀਕ ਹੈ, ਪਿਛਲੇ 10-15 ਸਾਲਾਂ ਤੋਂ ਇਹ क्वेश्चन जो है SSC PSSB ਬਾਰ ਪੁੱਛਦੀ ਹੈ, ਪਰ ਫਿਰ ਵੀ ਬੱਚੇ ਜੋ ਹੈ ਇਹਨੂੰ ਗਲਤ ਕਰਕੇ ਆਉਂਦੇ ਆ। ਉਹ ਕਹਿ ਰਹੇ ਕਿ ਫਰੈਸ਼ ਗ੍ਰੇਪਸ, ਸਾਡੇ ਕੋਲ ਇੱਕ ਤਾਂ ਹੈ ਫਰੈਸ਼ ਫਰੂਟ ਕਹਿੰਦੇ ਆ ਕਈ ਵਾਰ, ਜਾਂ ਕਹਿੰਦਾ ਫਰੈਸ਼ ਗ੍ਰੇਪਸ। ਫਰੈਸ਼ ਗ੍ਰੇਪਸ ਦੀ ਗੱਲ ਕਰਾਂ ਤਾਂ ਕਹਿ ਰਿਹਾ ਉਹਦੇ ਵਿੱਚ ਨਾ 80% ਪਾਣੀ ਹੈ, ਵਾਟਰ ਕਿੰਨਾ ਵਾ 80%, ਤਾਂ ਬਾਕੀ 20% ਕੀ ਹੋਊਗਾ ਫਰੂਟ। ਇਹਦਾ ਕੀ ਮਤਲਬ ਹੈ, ਜਿੱਦਾਂ ਕਿ ਜਿੱਦਾਂ ਹੁਣ ਆਪਾਂ ਨੂੰ ਪਤਾ ਵਾਟਰਮੈਲਨ ਹੈ, ਠੀਕ ਹੈ, ਵਾਟਰਮੈਲਨ ਆਉਂਦਾ ਉਹਦੇ ਵਿੱਚ ਕੀ ਹੈ ਮੇਜਰ ਪਾਰਟ ਜਿਹੜਾ ਪਾਣੀ ਦਾ ਹੀ ਆ, ਫਰੂਟ ਵਾਲਾ ਪਾਰਟ, ਪਲਪ ਵਾਲਾ ਪਾਰਟ ਉਹ ਬੜਾ ਘੱਟ ਹੈ। ਸੋ ਇਹ 'ਚ ਕਹਿ ਰਿਹਾ ਕਿ ਅਗਰ ਮੈਂ ਫਰੈਸ਼ ਫਰੂਟ ਦੀ ਗੱਲ ਕਰਾਂ, ਨੋਰਮਲ ਫਰੂਟ ਦੀ, ਉਹ 'ਚ ਨਾ ਪਾਣੀ 80% ਹੈ ਤੇ ਫਰੂਟ 20% ਹੈ। ਉਹ ਕਹਿੰਦਾ ਇਫ ਦਾ ਵੇਟ ਆਫ ਦਾ ਡਰਾਈ ਗ੍ਰੇਪਸ। ਹੁਣ ਡਰਾਈ ਗ੍ਰੇਪਸ ਦਾ ਨਾ ਮਤਲਬ ਜਿਹੜੇ ਤਾਂ ਪਹਿਲੀ ਵਾਰ ਕੁਐਸਚਨ ਨੂੰ ਅਟੈਂਪਟ ਕਰਦਾ ਉਹਨੂੰ ਨਹੀਂ ਪਤਾ ਚੱਲਦਾ ਡਰਾਈ ਗ੍ਰੇਪਸ ਤੇ ਫਰੈਸ਼ ਗ੍ਰੇਪਸ ਦਾ ਕੀ ਮਤਲਬ ਹੁੰਦਾ ਵਾ। ਡਰਾਈ ਇੱਥੇ ਡਰਾਈ ਗ੍ਰੇਪਸ ਦਾ ਜਾਂ ਡਰਾਈ ਫਰੂਟ ਦਾ ਮਤਲਬ ਇਹੀ ਹੈ ਕਿ ਜਿਹੜਾ ਇਹ ਫਰੂਟ ਹੈ ਫਰੈਸ਼ ਫਰੂਟ, ਇਹਦੇ ਵਿੱਚੋਂ ਪਾਣੀ ਜੋ ਹੈ ਸੁਕਾ ਲਿਆ ਗਿਆ ਵਾ ਜਾਂ ਤਾਂ ਕੱਢ ਲਿਆ ਗਿਆ ਬਾਹਰ, ਉਸ ਤੋਂ ਬਾਅਦ ਉਹ ਡਰਾਈ ਗ੍ਰੇਪਸ ਬਣਦੇ ਆ। ਠੀਕ ਹੈ, ਉਹ ਕਹਿੰਦਾ ਡਰਾਈ ਗ੍ਰੇਪਸ ਦਾ ਭਾਰ, ਐਂਡ ਡਰਾਈ ਗ੍ਰੇਪਸ ਦੇ ਵਿੱਚ ਨਾ ਜਿਹੜਾ ਪਾਣੀ ਹੈ ਉਹ 10% ਹੈ। ਇਹਦੇ ਵਿੱਚ ਅਗਰ ਮੈਂ ਵਾਟਰ ਦੀ ਗੱਲ ਕਰਾਂ ਤੇ ਉਹ 10% ਹੈ, ਤਾਂ ਬਾਕੀ ਦਾ ਫਰੂਟ ਜਿਹੜਾ ਕੀ ਹੋਊਗਾ 90%। ਹੁਣ ਇਹ ਕੁਐਸਚਨ ਜਿਹੜੀ ਸਮਝਣ ਵਾਲੀ ਗੱਲ ਹੁੰਦੀ ਆ ਚੀਜ਼ ਹੁੰਦੀ ਹੈ ਕਿ ਇਸੀ ਫਰੈਸ਼ ਫਰੂਟ ਤੋਂ ਇਹ ਡਰਾਈ ਫਰੂਟ ਬਣਦਾ ਵਾ ਜਿਹਦੇ ਚੋਂ ਆਪਾਂ ਪਾਣੀ ਨੂੰ ਬਾਹਰ ਨਿਕਾਲ ਲੈਂਦੇ ਆ। ਠੀਕ ਹੈ, ਡਰਾਈ ਦਾ ਮਤਲਬ ਕੀ ਹੈ ਕਿ ਪਾਣੀ ਘੱਟ ਹੈ ਇਹਦੇ ਵਿੱਚ। ਹੁਣ ਗੱਲ ਹੈ ਕਿ ਜਦੋਂ ਪਾਣੀ, ਜਿੱਦਾਂ ਮੰਨ ਲਓ ਕਿ ਮੇਰੇ ਕੋਲ ਮੰਨ ਲਓ 100 ਕਿਲੋ ਫਰੂਟ ਹੈ, ਜਿਹੜਾ ਫਰੈਸ਼ ਫਰੂਟ ਹੈ, ਅਗਰ ਉਹ ਚੋਂ ਪਾਣੀ ਨਿਕਾਲਣਾ ਸ਼ੁਰੂ ਕਰ ਦਈਏ ਤਾਂ ਤੁਸੀਂ ਧਿਆਨ ਦੇਣਾ ਕਿ ਸਿਰਫ ਪਾਣੀ ਹੀ ਇਵੈਪੋਰੇਟ ਹੁੰਦਾ ਵਾ, ਜਿਹੜਾ ਫਰੂਟ ਦਾ ਪਲਪ ਦਾ ਪਾਰਟ ਹੈ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਵਾ। ਇਹਦਾ ਮਤਲਬ ਕੀ ਹੈ ਕਿ ਇਹ ਸੇਮ ਹੀ ਫਰੂਟ ਬਾਰੇ ਗੱਲ ਕਰ ਰਿਹਾ ਵਾ,
ठीक है, जिन्हों सुका दिता गया वा। वो कहता कि ड्राई ग्रेप्स है साडे को 250 किलो है, तो दसो पानी वाला फ्रैश ग्रेप्स कितना होऊगा। वो कहता अगर ये मैं 250 किलो ड्राई ग्रेप्स निकाल लिया तो दसो फ्रैश ग्रेप्स किन्ने किलो सी दसने हैं। हुण जिहड़ा पॉइंट सुनने वाली चीज़ है कि जिहड़ा फ्रूट वाला पार्ट हुंदा वा ना दोनों दे विच वो सेम हुंदा वा। किलोआं दे हिसाब नाल एक्चुअल परसेंटेज हो सकती है चेंज, पर जिहड़ा किलोआं दे हिसाब नाल फ्रूट वाला पार्ट है वो दोनों च सेम है। सो मैं की देखिया इत्थे फ्रूट वाला पार्ट कितना वा 90%, मतलब 10% घट। टोटल अगर मैं 10% घटा देवां, 10% कितना 250 का हुंदा 25, अगर मैं 25 घटाता तो कितना आ गया 225। ਇਹਦਾ मतलब 250 किलो फ्रूट जो ड्राई ग्रेप्स है ये 225 जो है वो पल्प वाला पार्ट है, फ्रूट वाला पार्ट। तो मैं दसिया तुहानूं कि वो चेंज नहीं हुंदा, वो जिन्ना इत्थे है 225 किलो उन्ना ही इत्थे 225 किलो। ਇਹਦਾ मतलब ਜਿਹੜੀ ਉੱਥੇ 90% ਦੀ ਵੈਲਿਊ ਹੈ ਉਹ ਇੱਥੇ 20% ਦੀ ਵੈਲਿਊ ਹੈ, ਫਰੂਟ ਸੇਮ ਰਹਿੰਦਾ ਵਾ। तो 20% ਦੀ ਵੈਲਿਊ 225 ਹੈ ਤਾਂ ਮੈਂ ਲਿਖ ਸਕਦਾ ਹਾਂ ਕਿ 10% ਦੀ ਜਿਹੜੀ ਵੈਲਿਊ ਹੈ ਉਹ 112.5 ਹੋਊਗੀ। 20% ਦੀ ਵੈਲਿਊ ਅਗਰ 225 ਹੈ ਤਾਂ 10% ਦੀ ਵੈਲਿਊ ਕਿੰਨੀ ਹੋਊਗੀ, ਇਹ ਤੋਂ ਅੱਧੀ 112.5। ਹੁਣ ਮੈਨੂੰ ਉਹਨੇ ਦੱਸਿਆ ਕਿ ਫਰੂਟ ਪੂਰਾ ਕਿੰਨਾ ਹੋਊਗਾ, ਫਰੂਟ ਪੂਰਾ ਹੁੰਦਾ 100%। ਅਗਰ ਮੈਂ ਇੱਥੇ 0 ਲਗਾਉਂਗਾ ਤਾਂ ਇੱਥੇ ਮੈਂ 10 ਨਾਲ ਮਲਟੀਪਲਾਈ ਕਰ ਦੂੰਗਾ, ਇੱਥੇ ਵੀ 0 ਲਗਾਤਾ ਤਾਂ ਮੇਰੇ ਕੋਲ ਕਿੰਨਾ ਆ ਗਿਆ 1125। ਕਿੰਨਾ ਆ ਗਿਆ 1100 आ गया। ठीक है जी, बस तुसी पॉइंट समझना वा, सब चीज़ां करने की जरूरत नहीं होंदी अगर अंडरस्टैंडिंग हो जाए कॉन्सैप्ट दी कि की है। मैं बस देखना हुंदा वा कि जिहड़ी मैनूं क्वांटिटी दित्ती हुई है, जिद्दां कि 250 किलो दे रखिया वा, हुण इहदे विचों असीं 90% दी वैल्यू कढनी जो कि 225 आई है। वो 90% दी वैल्यू इस फ्रूट दे 20% दे बराबर है। हुण इत्थे दे 100% दी वैल्यू उहने मैनूं पुछी सी, असीं दस। ठीक है जी, चलो नैक्सट क्वेश्चन करते हैं। नैक्सट क्वेश्चन है साडा इदां दा क्वेश्चन भी बहुत बार पेपर दे विच पुछया गया वा। कहंदा नंबर इज डिवाइडेड इनटू 2 पार्ट्स। आपां 2 पार्ट्स डिवाइड कर लैने आ ए ते बी। ठीक है, एक नंबर नूं 2 पार्ट्स डिवाइड करता। वो कहंदा कि 20% ऑफ द फर्स्ट पार्ट। हुण 20% आपां किदां लिखदे आ 1/5। ਇਹਦਾ ਕਹਿੰਦਾ ਪੰਜਵਾਂ ਹਿੱਸਾ ਜਿਹੜਾ ਵਾ 20 ਜ਼ਿਆਦਾ ਹੈ। 20 ਜ਼ਿਆਦਾ ਹੈ ਕਿਹਦੇ ਤੋਂ 10%। 10% ਅਗਰ ਮੈਂ ਲਿਖਣਾ ਹੋਵੇ ਤਾਂ ਮੈਂ ਕੀ ਲਿਖੂੰਗਾ 1/10। ਕਹਿੰਦਾ ਇਹ ਜੋ ਹੈ ਇਹਦੇ ਤੋਂ ਜ਼ਿਆਦਾ ਹੈ ਕਿੰਨਾ 20 ਤੋਂ। ਧਿਆਨ ਨਾਲ ਸੁਣੋ, ਕਹਿੰਦਾ ਕਿ ਨੰਬਰ ਇਜ਼ ਡਿਵਾਈਡਡ ਇਨਟੂ 2 ਪਾਰਟਸ। ਨੰਬਰ ਨੂੰ 2 ਪਾਰਟਸ ਦੇ ਵਿੱਚ ਤੋੜ ਦਿੱਤਾ ਗਿਆ। 20% ਆਫ ਦਾ ਫਰਸਟ ਪਾਰਟ ਇਜ਼ 20 ਮੋਰ। ਜਦੋਂ ਵੀ ਕੋਈ ਨੰਬਰ ਜ਼ਿਆਦਾ ਜਾਂ ਘੱਟ ਹੋਵੇ, ਚਾਹੇ ਉਹ ਜ਼ਿਆਦਾ ਹੋਵੇ ਚਾਹੇ ਘੱਟ ਹੋਵੇ, ਆਪਾਂ ਮਾਈਨਸ ਨਾਲ ਹੀ ਡਿਪੈਕਟ ਕਰਦੇ ਆ। ਇੱਥੇ ਆ ਗਿਆ ਮਾਈਨਸ। ਉਹ ਕਹਿੰਦਾ ਇਹਦਾ 20% ਜਿਹੜਾ ਵਾ ਉਹ 20 ਨੰਬਰ ਜ਼ਿਆਦਾ ਹੈ ਕਿਹਦੇ ਤੋਂ 10% ਆਫ ਬੀ ਤੋਂ। ਅਗਰ ਉਹ ਕਹਿ ਦਿੰਦਾ ਕਿ 10% ਆਫ ਦਾ ਬੀ ਜਿਹੜਾ ਵਾ ਉਹ 20 ਘੱਟ ਹੈ, ਇੱਥੇ ਮੋਰ ਲਿਖਿਆ ਤਾਂ ਮੈਂ ਇਹ ਵੀ ਕਹਿ ਸਕਦਾ ਕਿ ਬੀ ਘੱਟ ਹੈ। ਬੀ ਘੱਟ ਹੈ ਏ ਤੋਂ 20 ਤੋਂ। ਠੀਕ ਹੈ, ਮੈਂ ਕੀ ਕਹਿ ਰਿਹਾ ਵਾਂ ਕਿ ਇੱਦਾਂ ਵੀ ਆ ਸਕਦਾ ਵਾ, ਇਹ ਮੋਰ ਦੀ ਗੱਲ ਕਰ ਰਿਹਾ ਵਾ, ਤੈਨੂੰ ਲੈਸ ਵੀ ਕਹਿ ਸਕਦਾ ਵਾ ਕਿ ਬੀ ਜਿਹੜਾ ਵਾ ਉਹ ਲੈਸ ਹੈ ਏ ਤੋਂ। ਕਿੰਨਾ ਲੈਸ ਹੈ 20 ਲੈਸ ਹੈ, ਤਾਂ ਵੀ ਸੇਮ ਇਕੁਏਸ਼ਨ ਬਣੂਗੀ। ਠੀਕ ਹੈ, ਨੈਕਸਟ ਕਹਿ ਰਿਹਾ ਕਿ 10% ਆਫ ਦਾ ਸੈਕਿੰਡ ਪਾਰਟ। ਸੈਕਿੰਡ ਪਾਰਟ 10% ਆਪਾਂ ਕਿੱਦਾਂ ਲਿਖਦੇ ਹਾਂ ਇੱਦਾਂ 10% ਆਫ ਦਾ ਸੈਕਿੰਡ ਪਾਰਟ, ਸੌਰੀ 40% ਆਫ ਦਾ ਸੈਕਿੰਡ ਪਾਰਟ। 40 ਨੂੰ ਆਪਾਂ ਲਿਖਦੇ ਹਾਂ 2/5। ਜਿੱਦਾਂ ਕਿ 20% ਨੂੰ 1/5, 40% ਨੂੰ 2/5। ਇਹਦਾ ਸੈਕਿੰਡ ਪਾਰਟ ਜਿਹੜਾ ਵਾ ਉਹ 30 ਜ਼ਿਆਦਾ ਵਾ। ਕਿੰਨਾ ਜ਼ਿਆਦਾ ਵਾ 30 ਜ਼ਿਆਦਾ ਵਾ ਕਿਹਦੇ ਤੋਂ 40% ਆਫ ਫਸਟ ਆਪਾਂ ਲੈ ਲਾਂਗੇ ਏ। ਹੁਣ ਇਹਨੂੰ ਸੋਲਵ ਕਰਕੇ ਅਸੀਂ ਏ ਤੇ ਬੀ ਦੀਆਂ ਵੈਲਿਊਜ਼ ਨਿਕਾਲਣੀਆਂ, ਜਿਹਨੂੰ ਪਲੱਸ ਕਰਕੇ ਸਾਡੇ ਕੋਲ ਨੰਬਰ ਬਣ ਜਾਊਗਾ। ਏ ਬੀ ਤਾਂ ਦੋ ਹਿੱਸੇ ਕੀਤੇ ਇੱਕ ਨੰਬਰ ਦੇ, ਤਾਂ ਅਸੀਂ ਨੰਬਰ ਦੱਸਣਾ ਵਾ ਕਿੰਨਾ ਵਾ। ਹੁਣ ਧਿਆਨ ਨਾਲ ਦੇਖੋ, ਇੱਥੇ ਤਾਂ ਜਿਹੜਾ ਬੇਸ ਹੈ ਉਹ ਸੇਮ ਹੈ, ਬੇਸ ਸੇਮ ਹੈ ਤਾਂ ਇੱਥੇ ਮੈਂ ਲਿਖਦਾ 5। ਇੱਥੇ ਕਿੰਨਾ ਆ ਜਾਣਾ ਵਾ 2। ਇਹ ਦੋ ਨੰਬਰ ਅਗਰ ਮੈਂ ਕਾਮਨ ਲੈ ਲਵਾਂ ਤਾਂ ਇੱਥੇ ਆ ਜਾਣਾ b ਮਾਈਨਸ a ਇਜ਼ ਇਕੁਅਲ ਟੂ 30। ਇਹ ਦੋ ਅਗਰ ਇੱਥੇ ਕੱਟ ਕਰਤਾ 15 ਤੇ 15 ਨੂੰ 5 ਨਾਲ ਕਰਾਂਗੇ ਤਾਂ ਕਿੰਨਾ ਆ ਜਾਊਗਾ 75 ਆ ਜਾਊਗਾ। ਕਿੰਨਾ ਆ ਜਾਊਗਾ 75। ਸੋ ਦਾ ਮਤਲਬ b ਮਾਈਨਸ a ਕਿੰਨਾ ਵਾ 75। ਅਗਰ ਮੈਂ ਤੁਹਾਨੂੰ ਪੁੱਛਾਂ ਕਿ a ਦੀ b ਦੀ ਵੈਲਿਊ ਕਿੰਨੀ ਹੈ, ਆਪਾਂ ਕਹਾਂਗੇ 75 ਪਲੱਸ a। ਕਿੰਨੀ ਹੈ 75 ਪਲੱਸ a। ਹੁਣ ਆਹੀ ਵੈਲਿਊ ਆਪਾਂ ਇੱਥੇ ਪੁੱਟ ਕਰਾਂਗੇ। ਹੁਣ ਅਸੀਂ ਇਹਨੂੰ ਸੋਲਵ ਕਰ ਰਹੇ ਹਾਂ। ਧਿਆਨ ਨਾਲ ਦੇਖੋ, ਇੱਥੇ ਐਲਸੀਐਮ ਕਿੰਨਾ ਆਊਗਾ 10 ਆਊਗਾ। ਐਲਸੀਐਮ ਕਿੰਨਾ ਆਊਗਾ 10। 5 ਨੂੰ 2 ਨਾਲ ਮਲਟੀਪਲਾਈ ਕਰਾਂਗੇ 10, ਉੱਪਰ 2 ਨਾਲ ਕਰਾਂਗੇ ਤਾਂ ਇੱਥੇ ਕਿੰਨਾ ਆ ਗਿਆ 2a ਮਾਈਨਸ b, ਕਿਉਂਕਿ ਇੱਥੇ ਤਾਂ ਆਲਰੇਡੀ 10 ਹੈ। ਇਹ ਬਰਾਬਰ ਹੈ ਸਾਡੇ ਕੋਲ ਕਿਹਦੇ 2 ਦੇ। ਮੈਂ ਕਹਿ ਸਕਦਾ ਹਾਂ ਕਿ 2a ਜਿਹੜਾ ਮਾਈਨਸ b ਹੈ ਉਹ ਬਰਾਬਰ ਹੈ ਕਿਹਦੇ 200 ਦੇ। ਇਹਦੇ ਵਿੱਚੋਂ b ਦੀ ਵੈਲਿਊ ਜੋ ਹੈ ਪੁੱਟ ਕਰ ਦਿਓ ਇੱਥੇ। 2a ਮਾਈਨਸ b ਦੀ ਵੈਲਿਊ ਕਿੰਨੀ ਹੈ 75 ਪਲੱਸ a, ਮਾਈਨਸ 75 ਮਾਈਨਸ a। ਅਗਰ ਤਾਂ ਮੈਂ ਬ੍ਰੈਕਟ 'ਚ ਲਿਖੂੰਗਾ ਤਾਂ ਪਲੱਸ, ਬ੍ਰੈਕਟ ਖੁੱਲੀ ਤਾਂ ਕਿੰਨਾ ਹੋ ਗਿਆ ਮਾਈਨਸ, ਇਹ 200 ਦੇ ਬਰਾਬਰ ਹੈ। ਹੁਣ 2a ਚੋਂ a ਗਏ ਤਾਂ a ਬਚ ਗਿਆ, ਮਾਈਨਸ 75 ਪਲੱਸ ਹੋ ਗਿਆ, ਮੇਰੇ ਕੋਲ ਆ ਗਿਆ 275। a ਦੀ ਵੈਲਿਊ ਕਿੰਨੀ ਹੈ 275। ਹੁਣ ਧਿਆਨ ਦਿਓ, ਇੱਥੇ a ਦੀ ਵੈਲਿਊ ਜਿਹੜੀ ਹੈ 275 ਹੈ, b ਇਹ ਤੋਂ ਵੱਡਾ ਵਾ। b ਕਿੰਨਾ ਵੱਡਾ ਵਾ 75 ਜ਼ਿਆਦਾ ਵਾ। b a ਤੋਂ ਕਿੰਨਾ ਜ਼ਿਆਦਾ ਪਤਾ ਲੱਗਦਾ ਨਾ, b ਜ਼ਿਆਦਾ a ਤੋਂ ਕਿੰਨਾ 75। ਸੋ b ਦੀ ਵੈਲਿਊ ਕਿੰਨੀ ਹੋਊਗੀ, ਇਹਦੇ ਵਿੱਚ 75 ਹੋਰ ਐਡ ਕਰ ਦਿਓ। ਇਹ 'ਚ 75 ਐਡ ਕਰਾਂਗੇ ਤਾਂ ਕਿੰਨਾ ਹੋ ਗਿਆ 350। ਸੋ ਮੇਰੇ ਕੋਲ ਇੱਥੇ ਆ ਜਾਊਗਾ
625 ਕੀ ਆ ਗਿਆ ਸਾਡੇ ਕੋਲ 625 ਜਿਹੜੇ ਦੋ ਨੰਬਰ ਹੈ ਉਹ ਕੀ ਹੈ ਸੌਰੀ ਜਿਹੜੇ ਦੋ ਹਿੱਸੇ 'ਚ ਆਪਾਂ ਨੰਬਰ ਨੂੰ ਤੋੜਿਆ ਸੀ ਉਹ ਨੰਬਰ ਹੈਗਾ ਵਾ 625 ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਦੇਖਦੇ ਆ। ਇਹ ਐਰਰ ਵਾਲਾ ਕੁਐਸਚਨ ਵੀ ਮਲਟੀਪਲ ਟਾਈਮਸ ਪੇਪਰ 'ਚ ਆ ਚੁੱਕਾ ਵਾ। ਕਹਿੰਦਾ ਕਿ ਅਭਿਨਵ ਹੈ ਉਹਨੂੰ ਕਿਹਾ ਸੀ ਕਿ ਕਿਸੇ ਫ੍ਰੈਕਸ਼ਨ ਦਾ 5/6 ਲੱਭ। ਸੋ ਅਸੀਂ ਮੰਨ ਲੈਨੇ ਪੁੱਛਿਆ ਫ੍ਰੈਕਸ਼ਨ ਲਾਸਟ ਦੇ ਵਿੱਚ ਅਸੀਂ ਮੰਨ ਲੈਨੇ ਫ੍ਰੈਕਸ਼ਨ ਕੀ ਹੈ x। ਅਭਿਨਵ ਨੂੰ ਕਿਹਾ ਸੀ ਕਿ ਇਹਦਾ 5/6 ਫਾਈਂਡ ਕਰ। ਇੰਸਟੈਡ ਆਫ ਮਲਟੀਪਲਾਈਂਗ ਜਿੱਦਾਂ ਆਪਾਂ ਮਲਟੀਪਲਾਈ ਕਰਦਾ ਕਿ ਇੰਸਟੈਡ ਆਫ ਮਲਟੀਪਲਾਈਂਗ ਕਹਿੰਦਾ ਉਹਨੇ ਡਿਵਾਈਡ ਕਰ ਦਿੱਤੀ ਫ੍ਰੈਕਸ਼ਨ 5/6। ਸੋ ਡਿਵਾਈਡ ਦਾ ਮਤਲਬ ਕੀ ਹੈ ਕਿ x ਦੇਖੋ ਇੱਥੇ ਮੈਂ ਲਿਖ ਦਿੰਦਾ x ਨੂੰ ਅਗਰ ਮੈਂ ਡਿਵਾਈਡ ਕਰੂੰਗਾ 5/6 ਦੇ ਨਾਲ ਤਾਂ ਬਣ ਜਾਊਗਾ 6/5x। ਕੀ ਬਣ ਜਾਊਗਾ 6/5x। ਸੋ ਇਹ ਡਿਵਾਈਡ ਹੋ ਗਿਆ ਜਿਹਦੇ ਕਰਕੇ ਇਹਦਾ ਰਿਜ਼ਲਟ ਵਾਸ 11/45 ਗ੍ਰੇਟਰ ਜਿਹਦੇ ਕਰਕੇ ਰਿਜ਼ਲਟ ਜ਼ਿਆਦਾ ਆ ਗਿਆ। ਗਲਤੀ ਕਰਨਾ ਰਿਜ਼ਲਟ ਜ਼ਿਆਦਾ ਆ ਗਿਆ ਮਤਲਬ ਇੱਥੇ ਗਲਤੀ ਹੋਈ ਸੀ ਇਹਨੂੰ ਮੈਂ ਤਾਂ ਹੀ ਲੈਫਟ ਸਾਈਡ ਲਿਖਿਆ ਜ਼ਿਆਦਾ ਆ ਗਿਆ ਰਿਜ਼ਲਟ। ਇਹ ਜ਼ਿਆਦਾ ਹੈ ਘੱਟ ਕਿੰਨਾ ਆ ਗਿਆ 1145। ਕਹਿੰਦਾ ओरिजिनल फ्रैक्शन ਦੀ ਵੈਲਿਊ ਦੱਸੋ ਤੇ ਫ੍ਰੈਕਸ਼ਨ ਨੂੰ ਅਸੀਂ ਮੰਨ ਕੇ ਚੱਲੇ ਆ x ਜੋ x ਦੀ ਵੈਲਿਊ ਆਉਂਗੀ ओरिजिनल फ्रैक्शन है। ਹੁਣ ਦੇਖੋ ਨੀਚੇ ਐਲਸੀਐਮ ਕਿੰਨਾ ਆਊਗਾ 30 ਨੀਚੇ ਐਲਸੀਐਮ ਕਿੰਨਾ ਆ ਗਿਆ 30 5 6 ਦਾ 6 6 ਦਾ 36x 6 5 ਦਾ 30 5 5 ਦਾ 25x ਲਿਖਤਾ ਮੈਂ ਇੱਥੇ ਕਿੰਨਾ ਆ ਗਿਆ 11/45। ਅਗਰ ਇਹਨੂੰ ਮਾਈਨਸ ਕਰਾਂਗੇ ਤੇ ਇੱਥੇ ਆ ਜਾਊਗਾ 11x/30 is equal to 11/45। 11 11 ਕੱਟ ਗਿਆ 2 3 ਸੋ x ਦੀ ਵੈਲਿਊ ਕਿੰਨੀ ਆਉਂਗੀ ਇਹ 2 ਉੱਪਰ ਚਲ ਜਾਊਗਾ 2/3। ਫ੍ਰੈਕਸ਼ਨ ਕਿੰਨੀ ਆ ਗਈ 2/3 ਜੋ ਕਿ ਬੀ ਆਪਸ਼ਨ। ਠੀਕ ਹੈ ਜੀ ਸਮਝ ਗਏ। ਇਹ ਕੁਐਸਚਨ ਇੱਕ ਵਾਰ ਹੋਰ ਇਸ ਸੈੱਟ ਦੇ ਵਿੱਚ ਹੈ। ਸੋ ਇਹ ਕੁਐਸਚਨ ਮਲਟੀਪਲ ਟਾਈਮ ਜਿਹੜਾ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਵਾ। ਸੋ ਧਿਆਨ ਰੱਖਣਾ ਵਾ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਕਿ ਕਿੱਦਾਂ ਕੁਐਸਚਨ ਨੂੰ ਸੋਲਵ ਕਰਨਾ ਹੈ। ਅਗੇਨ ਸੇਮ ਹੈ ਕਿ ਬॉय ਵਾਸ ਆਸਕਡ ਟੂ ਫਾਈਂਡ ਦਾ 2/3 ਆਫ ਅ ਨੰਬਰ। ਉਹ ਨੰਬਰ ਮੰਨ ਲਓ x ਲੈ ਲਈਏ ਉਹਨੂੰ ਕਿਹਾ ਸੀ 2/3 ਫਾਈਂਡ ਕਰ ਪਰ ਉਹਨੇ ਗਲਤੀ ਨਾਲ ਕੀ ਕੀਤਾ 3/2 ਫਾਈਂਡ ਕਰਤਾ। ਦੇਖੋ ਮੈਂ ਇਹਨੂੰ ਇੱਥੇ ਕਿਉਂ ਲਿਖ ਰਿਹਾ ਵਾਂ ਕਿਉਂਕਿ ਉਹਨੇ ਬਾਅਦ ਚੋਂ ਕਹਿਣਾ ਕਿ ਆਂਸਰ ਜਿਹੜਾ ਵਾ 15 ਮੋਰ ਆਇਆ। ਅਗਰ ਉਹ ਕਵੇ ਕਿ ਆਂਸਰ 15 ਲੈਸ ਆਇਆ ਵਾ ਫਿਰ ਮੈਂ ਇਸ ਚੀਜ਼ ਨੂੰ ਇੱਧਰ ਲਿਖੂੰਗਾ ਇਸ ਚੀਜ਼ ਨੂੰ ਇੱਥੇ ਲਿਖੂੰਗਾ। ਹੁਣ ਜਦੋਂ ਉਹਨੇ ਮਿਸਟੇਕ ਕੀਤੀ ਤਾਂ ਆਂਸਰ ਜ਼ਿਆਦਾ ਆਇਆ। ਸੋ ਮਿਸਟੇਕ ਕੀ ਹੈ 3/2x। ਸੋ ਇਹਨੂੰ ਮੈਂ ਪਹਿਲਾਂ ਲਿਖਿਆ ਨੰਬਰ ਜ਼ਿਆਦਾ ਆ ਗਿਆ। ਕਿੰਨਾ ਨੰਬਰ ਜ਼ਿਆਦਾ ਆਇਆ 15। 3 ਤੇ 2 ਦਾ ਐਲਸੀਐਮ ਕਿੰਨਾ ਹੁੰਦਾ 6 2 3 ਜਾ 3 3 ਜਾ 9x 3 2 ਜਾ 6 2 2 ਜਾ 4x is equal to 15। ਇੱਥੇ ਮੇਰੇ ਕੋਲ ਆ ਗਿਆ 5x/6 is equal to 15। 5 ਦੇ 3 ਦੇ ਟੇਬਲ 'ਚ ਕੱਟ ਗਿਆ x ਦੀ ਵੈਲਿਊ ਕਿੰਨੀ ਆ ਗਈ 18। ਹੁਣ ਹੁੰਦਾ ਕੀ ਹੈ ਕਿ ਇਹ ਕੁਐਸਚਨ ਪਿਛਲੇ ਤੇ ਇਸ ਵਿੱਚ ਕੀ ਫਰਕ ਹੈ ਉਹਨੇ ਆ ਨਹੀਂ ਪੁੱਛਿਆ ਕਿ ਨੰਬਰ ਕਿਹੜਾ ਵਾ। ਠੀਕ ਹੈ ਹੁਣ ਬੱਚੇ ਕੀ ਕਰਦੇ ਆ ਇੱਥੇ ਦੇਖਦੇ 18 ਆ ਗਿਆ ਆਂਸਰ ਨਹੀਂ ਮੈਚ ਕਰ ਰਿਹਾ ਤੇ ਕੁਝ ਗੜਬੜ ਹੋ ਗਈ। ਐਕਚੁਅਲੀ ਗੜਬੜ ਨਹੀਂ ਹੋਈ ਇਹ ਐਕਚੁਅਲ ਨੰਬਰ ਹੈ ਜਿਹਨੂੰ ਮਲਟੀਪਲਾਈ ਤੇ ਡਿਵਾਈਡ ਕਰਨਾ ਸੀ। ਉਹ ਕਹਿ ਰਿਹਾ ਵਾ ਐਕਚੁਅਲ ਆਂਸਰ ਕੀ ਹੋਊਗਾ ਕਰੈਕਟ ਆਂਸਰ ਕੀ ਹੋਊਗਾ। ਕਰੈਕਟ ਆਂਸਰ ਮੀਨਸ ਜੋ ਕੁਐਸਚਨ ਦੇ ਵਿੱਚ ਉਹ ਕਰਨ ਨੂੰ ਕਹਿ ਰਿਹਾ ਵਾ ਉਹ ਕਰੈਕਟ ਆਂਸਰ ਕੀ ਹੋਊਗਾ। ਕੁਐਸਚਨ ਦੇ ਵਿੱਚ ਉਹ ਕਹਿ ਰਿਹਾ ਸੀ ਨੰਬਰ ਮੇਰੇ ਕੋਲ ਆ ਗਿਆ 18 ਉਹ ਕਹਿੰਦਾ ਇਹਦਾ 2/3 ਫਾਈਂਡ ਕਰੋ ਇਹ ਇੱਕ ਕਰੈਕਟ ਆਂਸਰ ਹੋਊਗਾ 6 2 ਜਾ 12 6 2 ਜਾ 12 दैट इज फर्स्ट ऑप्शन है। ठीक है जी चलो नेक्स्ट क्वेश्चन देखते हैं। तो दोनों क्वेश्चंस है क्वेश्चन ਨੂੰ ਲਾਸਟ ਤੱਕ ਰੀਡ ਕਰ ਲੈਣਾ ਵਾ। ਅਗਰ ਐਗਜ਼ਾਮੀਨਰ ਵਧੀਆ ਹੋਵੇ ਤਾਂ ਉਹ ਕੀ ਕਰੇ ਇੱਥੇ ਫਸਟ ਆਪਸ਼ਨ ਦੇ ਵਿੱਚ 18 ਪੁੱਟ ਕਰ ਦੇ ਬੱਚਿਆਂ ਦਾ ਇੱਥੇ 18 ਆਂਸਰ ਆਊਗਾ ਬੱਚੇ ਟਿਕ ਕਰ ਦੋਗੇ ਜੋ ਕਿ ਗਲਤ ਹੋ ਜਾਊਗਾ। ਠੀਕ ਹੈ ਪਰ ਐਗਜ਼ਾਮੀਨਰ ਜਿਹੜਾ ਵਾ ਥੋੜਾ ਲੀਨੀਅੰਟ ਹੈ ਇਸ ਲਈ ਇਹਨੇ 18 ਪੁੱਟ ਨਹੀਂ ਕੀਤਾ। ਚਲੋ ਨੈਕਸਟ क्वेश्चन देखते हैं। The difference between difference ਦੀ ਗੱਲ ਕਰ ਰਿਹਾ ਤਾਂ ਮਾਈਨਸ ਲਿਖ ਲਈਏ difference between the value of a number that is increased by 25%। ਜਦੋਂ ਅਸੀਂ ਕਿਸੇ ਨੰਬਰ ਨੂੰ 25% ਤੋਂ ਇਨਕਰੀਜ਼ ਕਰਦੇ ਆ ਉਹ ਕਿੰਨੀ ਬਣ ਜਾਂਦੀ 125%। 125% ਨੂੰ ਅਸੀਂ ਲਿਖਦੇ ਆ 5/4। ਸੋ ਨੰਬਰ ਮੰਨ ਲੈਂਦੇ ਆ x ਸੀਗਾ ਉਹਨੂੰ 20% ਤੋਂ ਇਨਕਰੀਜ਼ ਕੀਤਾ ਤੇ 125x ਬਣ ਗਿਆ 5/4 ਲਿਖ ਸਕਦੇ ਉਹਨੂੰ। difference ਕਿਦਾ ਲੱਭਣਾ ਵਾ the number which is increased by 25% the value of the original number decreased by 30%। डिफरेंस ਲੱਭਣਾ ਵਾ ਅਗਰ ਇੱਕ ਨੰਬਰ ਨੂੰ 25% ਤੋਂ ਵਧਾ ਦਿਓ ਤੇ ਅਗਰ ਉਸੇ ਨੰਬਰ ਨੂੰ ਮੈਂ 30% ਤੋਂ ਘਟਾ ਦਵਾਂ 30% ਤੋਂ ਘਟਾਵਾਂਗੇ ਤਾਂ 70 ਰਹਿ ਗਿਆ 70% ਨੂੰ ਲਿਖਦੇ 7/10x। ਇਹਦਾ ਡਿਫਰੈਂਸ ਜੋ ਹੈ ਉਹ 22 ਹੈ। ਡਿਫਰੈਂਸ ਕਿੰਨਾ ਹੈ 22 ਹੈ। ਹੁਣ ਦੇਖੋ ਨੀਚੇ ਐਲਸੀਐਮ ਕਿੰਨਾ ਆਊਗਾ 20 4 ਦੇ 5 ਦੇ ਟੇਬਲ 'ਚ 20 ਆਉਂਦਾ 5 5 25x 10 into 2 है 14x is equal to 22। यहाँ मेरे पास आ गया 11x/20 is equal to 22। 11 के सेकंड टेबल में सेकंड मल्टीपल है सो x की वैल्यू कितनी आ गई 40। क्वेश्चन पढ़ लेते हैं क्या पूछा है व्हाट इज द ओरिजिनल नंबर। ओरिजिनल नंबर था x की वैल्यू कितनी आ गई 40 हमारा सी ऑप्शन आ गया। ठीक है जी सो P++ के जितने भी क्वेश्चन है सारे डुएबल क्वेश्चन आते हैं। आपको अगर आपके सेट में 20 क्वेश्चन है या क्वांट एंड रीजनिंग मिला के 25 क्वेश्चन है तो आपके 25 में से 23-24 नंबर आने चाहिए तभी एग्जाम क्लियर हो पाएगा नहीं तो नहीं हो पाएगा। A sugar solution
ऑफ 3 लीटर्स कंटेनिंग 40% शुगर। देखो 3 लीटर शुगर सोल्यूशन है। शुगर सोल्यूशन में क्या है, एक तो शुगर है और क्या है, वाटर है, पानी है। तो सोल्यूशन में वो कह रहा है कि 40% शुगर है। सो 3 का 10% कितना होता है, 0.3। तो मेरे को वो कह रहा है 40, सो इसका 4 टाइम्स कितना होगा, 1.2। सो 3 का 4 होता है 12। इसका मतलब 1.2 लीटर जो है वो शुगर होगी और पानी कितना होगा, 1.8 लीटर। 3 लीटर में से 1.2 1.4 40 60 हो गया कॉम्बिनेशन। वो कह रहा है कि 1 लीटर पानी ऐड कर दिया, 1 लीटर पानी ऐड करेंगे 1.0 तो कितना हो जाएगा, 2.8। देखो 3 में अगर मैं 1 ऐड करूंगा टोटल कितना हो गया, 4। टोटल हो गया 4। अब वो कह रहा है कि बताओ इसमें शुगर सोल्यूशन कितना है। शुगर सोल्यूशन है 1.2। शुगर सोल्यूशन कितना है, 1.2। अब मेरे को बताना है इसकी परसेंटेज। देखो मैं 100 से मल्टीप्लाई करके भी कर सकता हूं, पर मैं वैल्यू देखूंगा 1.2 क्या है। देखो नीचे जो नंबर है ये होता है 100%। क्या होता है, 100%। इसका 10% कितना होता है, 0.4। सो 0.4 कितनी बार ऐड करेंगी 1.2 आ जाए, 4.4 3 बार। सो 10% की वैल्यू 0.4 है, तो 3 बार करेंगे तो इसकी वैल्यू आएगी 30%। क्या वैल्यू आएगी, देखो ये देख के ही पता चल रहा है, यहाँ पे देख के ही पता चल रहा है कि 0.4 3 बार करेंगे तो क्या है, 4 3 जा 12 आता है, ऊपर 12 की फॉर्म में नंबर लिखा हुआ, तो मेरा आंसर 30% होगा। ठीक है जी, चलो नेक्स्ट देखते हैं। द पी वेंट आउट विद हर डॉटर्स। हालांकि ये फ्रैक्शन का क्वेश्चन है इसलिए मैं ले रहा हूँ, रेशियो में भी आ सकता है। पी वेंट आउट विद डॉटर क्यू एंड आर। पी जो है अपनी डॉटर्स क्यू एंड आर के साथ गए थे पिज्जा खाने के लिए। पी ने ऑर्डर किया लार्ज पिज्जा और पी ने उसका 3/8 पार्ट खा लिया। क्यू ने उसका 7/24 पार्ट खा लिया। हमने बताना कि आर के पास कितना जो है बच गया। अब याद रखना जब मेरे पास फ्रैक्शंस आए और मेरे को देखना, हम 1 से माइनस करेंगे तब भी आ जाएगा, अगर मैं 1 से इनको माइनस करूंगा तब भी मेरा आंसर आ जाएगा। इजी करना हो तो हम क्या करते हैं, जो डिनोमिनेटर दे रखे हैं इसका एलसीएम ले लो। अब दोनों में से बड़ा नंबर कौन सा, 24। अब इस दोनों नंबर्स का एलसीएम या तो 24 होगा या 24 का वो छोटा मल्टीपल जिससे 8 डिवाइड हो जाए। तो 8 तो 24 से डिवाइड हो रहा है, तो इसका मतलब इनका जो एलसीएम है वो मेरे पास क्या आएगा, 24। अब 24 क्या है, मैं वो मान लूंगा कि जो पिज्जा है उसके 24 पार्ट्स हैं। 24 पार्ट्स हैं तो इसने कितने खा लिए, 3/8। 3/8 कितना हुआ, 8 3 24। इसका मतलब इसने 9 पार्ट्स खा लिए और इसने कितने खाए, 7/24। 24 पार्ट्स के 7/24, दैट मींस 7 पार्ट्स। सो 9 और 7 कितने होते हैं, 16। इसका मतलब क्या है, इन दोनों ने मिलके 24 में से 16 पार्ट्स खा लिए। अब इसके पास कितने बचे, 8 पार्ट्स बच गए, किसके, 24 के। 24 के 8 पार्ट्स, सो कितना रह गया, 8/24, या मैं इसको बोलूंगा 1/3। कितना है, 1/3। ठीक है, अगर मैं 1 से माइनस कर देता इसको, 1 - 3/8 - 7/24, तब भी मेरा आंसर आ जाता है। ये एलसीएम है 24, तो यहाँ पे आया था 24, जो कि हम बनाए थे टोटल पार्ट्स। टोटल पिज्जा के कितने हिस्से, 24। अब इसमें से 8 3 जा 3 3 जा 9, 24। ये देखो 9 और 7 ही माइनस हुए, 9 और 7 16 जो है मैंने माइनस कर दिए थे। तो मेरे पास क्या रह गया था, 8/24, दैट इज 1/8। ठीक है जी, चलो नेक्स्ट क्वेश्चन देखते हैं। सेम टाइप पे क्वेश्चन है कि अ मैन रीड्स 3/8 ऑफ द बुक ऑन अ डे एंड 4/5 ऑफ द रिमाइंडर ऑन द सेकेंड डे इफ द नंबर ऑफ द पेजेस स्टिल अनरेड इज 40। देखो अगेन मेरे पास ना दो फ्रैक्शन है, 3/8 है और एक मेरे पास है 4/5। तो मैं क्या करता हूं, डिनोमिनेटर का एलसीएम ले लूंगा। 8 और 5 जो है वो को प्राइम पेयर है, तो इसका जो एलसीएम है वो आएगा 40। तो मैं मान लूंगा कि बुक के जो है, मैं मान लेता हूं कि बुक के जो है 40 पेजेस हैं। आपने ये नहीं कहना सर 40 तो पढ़े हैं, ये मैं मान के चल रहा हूं। लास्ट में हम जो है इसको कंपेयर करेंगे। 40 पेजेस थे, तो सबसे पहले उसने क्या किया, 3/8 पेजेस जो है फर्स्ट डे को रीड, ये 40 पेजेस में से 8 5 40, इसका मतलब 15 पेज रीड किए। मैंने माना था बुक में 40 पेज हैं, इसने 15 एक दिन में पढ़ लिए, बचे कितने, 25। बचे कितने, 25। अब उसने क्या कहा कि अगले दिन उसने बचे कितने हैं, 25 पेजेस में से कितने पढ़ लिए, 4/5। 4/5 होता है 80%। 4/5 अगर रीड कर लिए, 5 5 जा 25, इसका मतलब 25 में से 20 पेज उसने रीड कर लिए। तो बचे कितने, 25 में से 20 हम माइनस करेंगे तो बचे कितने, 5 पेज। अब जो मैंने एजम्पशन ली है उसके हिसाब से 5 पेजेस बच गए हैं, पर एक्चुअल में कितने बच गए हैं, 40। एक्चुअल में कितने बच गए हैं, 40। अब ये कौन सा मल्टीपल है, 5 का 8th मल्टीपल है।
तो मैंने क्या एज्यूम किया था कि पूरी बुक कितने पेजेस की है, 40 पेजेस की। मैं एज्यूम कर रहा था 40 पेजेस। सो 40 पेजेस में एक्चुअल कितने होंगे, 8 का मल्टीपल है यहाँ पे, क्या 8 का मल्टीपल है, 8 से मल्टीप्लाई करेंगे तो 8 4 जा 32। सो पेजेस बुक में होंगे 320। पेजेस कितने होंगे, 320 होंगे। ठीक है जी। सो परसेंटेज चैप्टर को अच्छे से आप रिवाइज कर लो। जितनी भी टाइप्स आज तक PSSB एग्जाम में पूछी गई हैं वो मैंने इसमें करवा दी है। आगे जाके जैसे जैसे एग्जाम होंगे उसकी टाइप्स अगर परसेंटेज आती है तो उसकी क्लास बना के मैं पुट कर दूंगा। सो अगेन अगर आप ऑफलाइन बैच में कोचिंग लेना चाहते हैं तो आप विजिट कर सकते हैं ज्ञानम इंस्टीट्यूट अमृतसर, जो कि ऑपोजिट है गुरु नानक देव यूनिवर्सिटी, UT मार्केट में। थैंक यू एंड ऑल द बेस्ट।